ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਅਸੀਂ ਕਰਾਂਗੇ ਤੁਹਾਡੀ ਪੰਜਾਬੀ ਦੀ ਪੁਸਤਕ ਵਿੱਚੋਂ ਕਵਿਤਾ ਨਵੀਂ ਪੁਰਾਣੀ ਤਹਿਜ਼ੀਬ, ਜਿਹੜੀ ਕਿ ਵਿਧਾਤਾ ਸਿੰਘ ਧੀਰ ਦੁਆਰਾ ਲਿਖੀ ਗਈ ਹੈ। ਆਓ ਸੁਣਦੇ ਹਾਂ ਅਤੇ ਸਮਝਦੇ ਹਾਂ ਕਵਿਤਾ ਨੂੰ। ਹੱਥ ਵੇਲਾ ਨਹੀਂ ਆਉਂਦਾ, ਹੱਥੋਂ ਜੋ ਗਵਾਚ ਗਿਆ, ਉਹ ਜੋਬਨ ਨਹੀਂ ਮੁੜਦਾ ਜੋ ਪੱਤਰਾ ਵਾਚ ਗਿਆ। ਵਿਧਾਤਾ ਸਿੰਘ ਧੀਰ ਆਪਣੀ ਕਵਿਤਾ ਵਿੱਚ ਭਾਰਤ ਦੀ ਪੁਰਾਣੀ ਸੱਭਿਅਤਾ ਦੇ ਹੱਥੋਂ ਨਿਕਲ ਜਾਣ ਦਾ ਦੁੱਖ ਪ੍ਰਗਟ ਕਰਦੇ ਹੋਏ ਕਹਿੰਦੇ ਹਨ ਕਿ ਜਿਹੜਾ ਵੇਲਾ ਇੱਕ ਵਾਰ ਹੱਥੋਂ ਨਿਕਲ ਗਿਆ ਉਹ ਕਦੇ ਵੀ ਮੁੜ ਕੇ ਵਾਪਸ ਨਹੀਂ ਆਉਂਦਾ ਅਤੇ ਨਾ ਹੀ ਜਵਾਨੀ ਮੁੜ ਕੇ ਆਉਂਦੀ ਹੈ, ਜਿਹੜੀ ਇੱਕ ਵਾਰ ਚਲੀ ਜਾਂਦੀ ਹੈ। ਇਸ ਕਰਕੇ ਭਾਰਤ ਦੀ ਗਵਾਚ ਚੁੱਕੀ ਪੁਰਾਣੀ ਸੱਭਿਅਤਾ ਵੀ ਮੁੜ ਕੇ ਸਾਡੇ ਹੱਥ ਨਹੀਂ ਆ ਸਕਦੀ। ਪਾਣੀ ਦਰਿਆਵਾਂ ਦੇ ਇੱਕ ਵਾਰ ਜੋ ਵਹਿ ਗਏ ਹਨ, ਪਤਨ ਨਾ ਪਤਨਾਂ ਦੇ ਇਹ ਦਾਨੇ ਕਹਿ ਗਏ ਹਨ। ਕਵੀ ਨਾ ਸਤਰਾਂ ਦੇ ਵਿੱਚ ਇਹ ਆਖ ਰਿਹਾ ਹੈ ਕਿ ਸਿਆਣਿਆਂ ਨੇ ਕਿਹਾ ਹੈ ਕਿ ਦਰਿਆਵਾਂ ਦੇ ਜਿਹੜੇ ਪਾਣੀ ਇੱਕ ਵਾਰ ਪਤਨਾਂ ਉੱਤੋਂ ਲੰਘ ਜਾਂਦੇ ਹਨ, ਉਹ ਮੁੜ ਕੇ ਉਹਨਾਂ ਪਤਨਾਂ ਉੱਤੇ ਕਦੇ ਵੀ ਵਾਪਸ ਨਹੀਂ ਆਉਂਦੇ। ਤਦਬੀਰ ਲਿਆਵੇ ਕਿਵੇਂ, ਤਕਦੀਰ ਜੋ ਲੈ ਗਈ ਹੈ, ਗੱਲਾਂ ਹਨ ਚੱਲੀਆਂ ਤਾਂ ਗੱਲ ਕਰਨੀ ਪੈ ਗਈ ਹੈ। ਕਵੀ ਆਪਣਾ ਦੁੱਖ ਪ੍ਰਗਟ ਕਰਦਾ ਹੋਇਆ ਆਖਦਾ ਹੈ ਕਿ ਅਸਲ ਦੇ ਵਿੱਚ ਜਿਸ ਚੀਜ਼ ਨੂੰ ਕਿਸਮਤ ਨੇ ਖੋਹ ਲਿਆ ਹੋਵੇ, ਉਹ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਸਾਨੂੰ ਪ੍ਰਾਪਤ ਨਹੀਂ ਹੋ ਸਕਦੀ। ਇਸੇ ਪ੍ਰਕਾਰ ਜਿਹੜੀ ਪੁਰਾਣੀ ਭਾਰਤੀ ਸੱਭਿਅਤਾ ਜਾਂ ਤਹਿਜ਼ੀਬ ਇੱਕ ਵਾਰ ਚਲੀ ਗਈ ਹੈ, ਉਹ ਹੁਣ ਸਾਡੇ ਹੱਥ ਨਹੀਂ ਆ ਸਕਦੀ। ਇਸ ਦੇ ਨਾਲ ਹੀ ਕਵੀ ਇਹ ਵੀ ਗੱਲ ਆਖਦਾ ਹੈ ਕਿ ਉਸਦੇ ਸਾਹਮਣੇ ਪੁਰਾਣੀ ਅਤੇ ਨਵੀਂ ਸੱਭਿਅਤਾ ਦੀ ਗੱਲ ਚੱਲੀ ਹੈ। ਇਸ ਕਰਕੇ ਇਸ ਸੰਬੰਧੀ ਉਸਨੂੰ ਕੁਝ ਗੱਲਾਂ ਕਰਨ ਦੀ ਲੋੜ ਮਹਿਸੂਸ ਹੋ ਰਹੀ ਹੈ ਅਤੇ ਉਹ ਗੱਲ ਕਰਨ ਲੱਗਾ ਹੈ। ਤਹਿਜ਼ੀਬ ਗਵਾਈ ਨਹੀਂ, ਅਸਾਂ ਅਕਲ ਗਵਾ ਲਈ ਹੈ, ਕਪਲਾ ਗਊ ਦੇ ਕੇ ਘਰੋਂ ਇੱਕ ਖੋਤੀ ਵਟਾ ਲਈ ਹੈ। ਕਵੀ ਅੱਗੇ ਆਖਦਾ ਹੈ ਕਿ ਅਸੀਂ ਕੇਵਲ ਪੁਰਾਣੀ ਸੱਭਿਅਤਾ ਨੂੰ ਭੁਲਾਇਆ ਹੀ ਨਹੀਂ, ਸਗੋਂ ਨਵੀਂ ਸੱਭਿਅਤਾ ਨੂੰ ਅਪਣਾ ਕੇ ਆਪਣੀ ਅਕਲ ਵੀ ਗਵਾ ਲਈ ਹੈ। ਪੁਰਾਣੀ ਸੱਭਿਅਤਾ ਤਾਂ ਪਵਿੱਤਰ ਕਪਲਾ ਗਊ ਸਮਾਨ ਸੀ, ਪਰ ਅਸੀਂ ਉਸ ਨੂੰ ਆਪਣੇ ਘਰੋਂ ਕੱਢ ਕੇ ਨਵੀਂ ਪੱਛਮੀ ਸੱਭਿਅਤਾ ਰੂਪੀ ਖੋਤੀ ਨੂੰ ਘਰ ਲੈ ਆਂਦਾ ਹੈ। ਦੁੱਧ ਪੀਣੋਂ ਰਹਿ ਗਏ ਹਾਂ, ਲਿੱਦ ਝੋਲੀ ਪਾ ਲਈ ਹੈ, ਕੀ ਲਈ ਤਹਿਜ਼ੀਬ ਨਵੀਂ ਗਲ ਜ਼ਹਿਮਤ ਪਾ ਲਈ ਹੈ। ਕਵੀ ਆਖਦਾ ਹੈ ਕਿ ਅਸੀਂ ਕਪਲਾ ਗਊ ਦੇ ਪਵਿੱਤਰ ਦੁੱਧ ਤੋਂ ਵਾਂਝੇ ਰਹਿ ਗਏ ਹਾਂ ਤੇ ਖੋਤੀ ਦੀ ਲਿੱਦ ਸਾਡੀ ਝੋਲੀ ਵਿੱਚ ਪੈ ਗਈ ਹੈ। ਅੱਗੇ ਕਵੀ ਕਹਿੰਦਾ ਹੈ ਕਿ ਇਹ ਨਵੀਂ ਪੱਛਮੀ ਸੱਭਿਅਤਾ ਕੀ ਹੈ, ਇਹ ਤਾਂ ਨਿਰੀ ਬਿਮਾਰੀ ਗਲ ਪਾ ਲਈ ਹੈ, ਜਿਸ ਤੋਂ ਛੁਟਕਾਰਾ ਪਾਉਣਾ ਸਾਡੇ ਲਈ ਔਖਾ ਹੋ ਗਿਆ ਹੈ। ਜੇ ਇਹ ਵੀ ਕਹਿ ਦਈਏ ਮਸਾ ਨਹੀਂ ਝੂਠ ਕੋਈ, ਰਿਸ਼ੀਆਂ ਦੇ ਚੌਂਕੇ ਵਿੱਚ ਪੱਛਮ ਦੀ ਝੂਠ ਕੋਈ। ਕਵੀ ਅੱਗੇ ਕਹਿੰਦਾ ਹੈ ਕਿ ਜੇਕਰ ਅਸੀਂ ਪੱਛਮੀ ਸੱਭਿਅਤਾ ਦੇ ਭਾਰਤ ਵਿੱਚ ਆਉਣ ਬਾਰੇ ਇਸ ਤਰ੍ਹਾਂ ਵੀ ਕਹਿ ਦਈਏ ਤਾਂ ਇਸ ਵਿੱਚ ਕੋਈ ਝੂਠ ਨਹੀਂ ਹੋਵੇਗਾ ਕਿ ਰਿਸ਼ੀਆਂ ਦੇ ਪਵਿੱਤਰ ਚੌਂਕੇ ਰੂਪੀ ਭਾਰਤ ਵਿੱਚ ਪੱਛਮ ਦੀ ਝੂਠ ਆ ਗਈ ਹੈ, ਜਿਸ ਨੇ ਸਾਡੇ ਪਵਿੱਤਰ ਦੇਸ਼ ਨੂੰ ਭ੍ਰਿਸ਼ਟ ਕਰਕੇ ਰੱਖ ਦਿੱਤਾ ਹੈ। ਆਈ ਅੱਗ ਲੈਣ ਲਈ ਆ ਕੇ ਘਰ ਪਾ ਬੈਠੀ, ਭਾਰਤ ਦਾ ਸਾਊਪੁਣਾ ਸਭ ਰਿੰਨ ਕੇ ਖਾ ਬੈਠੀ। ਕਵੀ ਅੱਗੇ ਆਖਦਾ ਹੈ ਕਿ ਇਹ ਪੱਛਮੀ ਸੱਭਿਅਤਾ ਤਾਂ ਭਾਰਤ ਵਿੱਚ ਵਪਾਰ ਕਰਨ ਲਈ ਆਈ ਸੀ, ਜਿਸ ਨੇ ਮਗਰੋਂ ਸਾਰੇ ਭਾਰਤ ਉੱਪਰ ਕਬਜ਼ਾ ਕਰ ਲਿਆ ਸੀ। ਇਹ ਤਾਂ ਉਹੀ ਗੱਲ ਹੋਈ, ਆਖੇ ਅੱਗ ਲੈਣ ਆਈ ਘਰ ਵਾਲੀ ਬਣ ਬੈਠੀ। ਇਸ ਪ੍ਰਕਾਰ ਪੱਛਮੀ ਸੱਭਿਅਤਾ ਨੇ ਭਾਰਤੀ ਸੱਭਿਅਤਾ ਦੇ ਮੂਲ ਆਧਾਰ ਸਾਊਪੁਣੇ ਨੂੰ ਰਿੰਨ ਕੇ ਖਾ ਲਿਆ ਹੈ। ਜੋ ਅੱਜ ਤੀਕ ਨਹੀਂ ਆਖੀ ਉਹ ਆਖੀ ਜਾਣੀ ਹੈ, ਉਹ ਦੁੱਧ ਸੀ ਬਰਕਤ ਦਾ, ਇਹ ਫੁੱਟ ਦਾ ਪਾਣੀ ਹੈ। ਇਹਨਾਂ ਸਤਰਾਂ ਦੇ ਵਿੱਚ ਕਵੀ ਪੁਰਾਣੀ ਸੱਭਿਅਤਾ ਅਤੇ ਨਵੀਂ ਸੱਭਿਅਤਾ ਦਾ ਬਾਰੇ ਭਿੰਨਤਾ ਕਰਦੇ ਹੋਏ ਕਹਿੰਦੇ ਹਨ ਕਿ ਪੁਰਾਣੀ ਭਾਰਤੀ ਤਹਿਜ਼ੀਬ ਦੇ ਗੁਣਾਂ ਦਾ ਨਵੀਂ ਆਈ ਪੱਛਮੀ ਤਹਿਜ਼ੀਬ ਨਾਲ ਟਾਕਰਾ ਨਹੀਂ ਕੀਤਾ ਜਾ ਸਕਦਾ। ਉਹ ਕਹਿੰਦੇ ਹਨ ਕਿ ਪੁਰਾਣੀ ਸੱਭਿਅਤਾ ਨੂੰ ਤਾਂ ਬਰਕਤਾਂ ਭਰਿਆ ਦੁੱਧ ਕਿਹਾ ਜਾਂਦਾ ਸੀ, ਪਰੰਤੂ ਨਵੀਂ ਸੱਭਿਅਤਾ ਤਾਂ ਫੁੱਟ ਪੈਦਾ ਕਰਨ ਵਾਲੀ ਪਾਣੀ ਹੈ। ਉਹ ਜੀਵਨ ਦਿੰਦੀ ਸੀ, ਇਹ ਜੀਵਨ ਲੈਂਦੀ ਹੈ, ਉਹ ਖਾਣ ਨੂੰ ਦਿੰਦੀ ਸੀ, ਇਹ ਖਾਣ ਨੂੰ ਪੈਂਦੀ ਹੈ। ਕਵੀ ਅੱਗੇ ਕਹਿੰਦਾ ਹੈ ਕਿ ਭਾਰਤ ਦੀ ਪੁਰਾਣੀ ਸੱਭਿਅਤਾ ਤਾਂ ਜੀਵਨ ਦਾਤੀ ਸੀ, ਜਦਕਿ ਨਵੀਂ ਸੱਭਿਅਤਾ ਤਾਂ ਜੀਵਨ ਲੈਣ ਵਾਲੀ ਹੈ। ਉਹ ਸੱਭਿਅਤਾ ਤਾਂ ਖਾਣ ਨੂੰ ਦਿੰਦੀ ਸੀ, ਪਰ ਇਹ ਸੱਭਿਅਤਾ ਤਾਂ ਖਾਣ ਨੂੰ ਪੈਂਦੀ ਹੈ। ਉਹ ਬਾਂਹ ਬਣਦੀ ਸੀ, ਇਹ ਬਾਹਾਂ ਭੰਨਦੀ ਹੈ, ਉਹ ਭੋਲੀ ਭਾਲੀ ਸੀ, ਇਹ ਚੰਚਲ ਮਨ ਦੀ ਹੈ। ਕਵੀ ਕਹਿੰਦਾ ਹੈ ਕਿ ਭਾਰਤ ਦੀ ਪੁਰਾਣੀ ਸੱਭਿਅਤਾ ਤਾਂ ਪਰਾਏ ਨੂੰ ਵੀ ਆਪਣਾ ਭਰਾ ਬਣਾ ਲੈਣ ਦੀ ਸਮਰੱਥਾ ਰੱਖਦੀ ਸੀ, ਪਰੰਤੂ ਨਵੀਂ ਸੱਭਿਅਤਾ ਤਾਂ ਭਰਾਵਾਂ ਨੂੰ ਆਪਸ ਵਿੱਚ ਵਿਛੋੜਦੀ ਹੈ ਅਤੇ ਲੜਾਉਂਦੀ ਵੀ ਹੈ। ਪੁਰਾਣੀ ਸੱਭਿਅਤਾ ਵਿੱਚ ਭੋਲੀ ਭਾਲੀ ਇਕਸਾਰਤਾ ਸੀ, ਪਰੰਤੂ ਨਵੀਂ ਵਿੱਚ ਚੰਚਲ ਦੀ ਅਸਥਿਰਤਾ ਹੈ। ਉਹ ਵੀਰ ਮਨਾਉਂਦੀ ਸੀ, ਇਹ ਵੀਰ ਲੜਾਉਂਦੀ ਹੈ, ਉਹ ਛਾਵੇਂ ਸੁੱਟਦੀ ਸੀ, ਇਹ
ਸੁੱਕਣੇ ਪਾਉਂਦੀ ਹੈ। ਇਹਨਾਂ ਸਤਰਾਂ ਦੇ ਵਿੱਚ ਕਵੀ ਕਹਿੰਦਾ ਹੈ ਕਿ ਭਾਰਤ ਦੀ ਪੁਰਾਣੀ ਸੱਭਿਅਤਾ ਤਾਂ ਰੂਸੇ ਭਰਾਵਾਂ ਨੂੰ ਵੀ ਮਨਾਉਂਦੀ ਸੀ, ਪਰੰਤੂ ਪੱਛਮੀ ਸੱਭਿਅਤਾ ਤਾਂ ਭਰਾਵਾਂ ਨੂੰ ਆਪਸ ਵਿੱਚ ਲੜਾਉਣ ਦਾ ਕੰਮ ਕਰਦੀ ਹੈ। ਪੁਰਾਣੀ ਸੱਭਿਅਤਾ ਤਾਂ ਦੁੱਖ ਵਿੱਚੋਂ ਕੱਢ ਕੇ ਸੁੱਖ ਦੀ ਛਾਂ ਵਿੱਚ ਬਿਠਾਉਂਦੀ ਸੀ, ਪਰੰਤੂ ਨਵੀਂ ਸੱਭਿਅਤਾ ਤਾਂ ਪਰੇਸ਼ਾਨੀਆਂ ਦੀ ਧੁੱਪ ਦੇ ਵਿੱਚ ਸੁੱਕਣੇ ਪਾਉਂਦੀ ਹੈ। ਉਸ ਵਿੱਚ ਇੱਕ ਕਰਦਾ ਸੀ, ਸਭ ਟੱਬਰ ਖਾਂਦਾ ਸੀ ਸਮੇਂ ਆਜ਼ਾਦੀ ਦੇ ਹਿੰਦ ਢੋਲੇ ਗਾਉਂਦਾ ਸੀ। ਇਹਨਾਂ ਸਤਰਾਂ ਦੇ ਵਿੱਚ ਕਵੀ ਕਹਿੰਦੇ ਹਨ ਕਿ ਭਾਰਤ ਦੀ ਪੁਰਾਣੀ ਸੱਭਿਅਤਾ ਵਿੱਚ ਘਰ ਦਾ ਇੱਕ ਮੈਂਬਰ ਕੰਮ ਕਰਦਾ ਸੀ ਅਤੇ ਬਾਕੀ ਸਾਰੇ ਬਹਿ ਕੇ ਖਾਂਦੇ ਸਨ ਅਤੇ ਹਰ ਕੋਈ ਆਜ਼ਾਦੀ ਵਿੱਚ ਵਿਚਰਦਾ ਹੋਇਆ ਖੁਸ਼ੀ ਦੇ ਗੀਤ ਗਾਉਂਦਾ ਸੀ। ਪਰ ਨਵੀਂ ਪੱਛਮੀ ਸੱਭਿਅਤਾ ਵਿੱਚ ਸਾਰੇ ਦੁਖੀ ਰਹਿੰਦੇ ਹਨ। ਇਸ ਵਿੱਚ ਮਰ ਮਰ ਕੇ ਵੀ ਸਭ ਭੁੱਖੇ ਮਰਦੇ ਹਨ, ਹੌਕੇ ਦਿਨ ਰਾਤ ਭਰਨ ਪਰ ਪੇਟ ਨਾ ਭਰਦੇ ਹਨ। ਕਵੀ ਇਹਨਾਂ ਸਤਰਾਂ ਵਿੱਚ ਆਖਦਾ ਹੈ ਕਿ ਨਵੀਂ ਪੱਛਮੀ ਸੱਭਿਅਤਾ ਨੇ ਮਹਿੰਗਾਈ ਦੇ ਨਾਲ ਲੋਕਾਂ ਦੇ ਇੰਨੇ ਖਰਚੇ ਵਧਾ ਦਿੱਤੇ ਹਨ ਕਿ ਘਰ ਦਾ ਹਰ ਮੈਂਬਰ ਸਾਰਾ ਦਿਨ ਮਰ ਮਰ ਕੇ ਕੰਮ ਕਰਦਾ ਹੈ, ਪਰੰਤੂ ਫਿਰ ਵੀ ਉਹ ਭੁੱਖੇ ਮਰਦੇ ਹਨ। ਉਹ ਦਿਨ ਰਾਤ ਹੌਕੇ ਤਾਂ ਜ਼ਰੂਰ ਭਰਦੇ ਹਨ, ਪਰੰਤੂ ਉਹਨਾਂ ਦੇ ਪੇਟ ਨਹੀਂ ਭਰਦੇ। ਕੀਰਤੀ ਦੀ ਛਾਤੀ 'ਤੇ ਇਹ ਮੂੰਗ ਪਈ ਦਲਦੀ ਹੈ, ਰਤ ਪੀ ਲੱਸੀਆਂ ਦੀ ਇਹਦੀ ਗੋਗੜ ਪਲਦੀ ਹੈ। ਕਵੀ ਅੱਗੇ ਕਹਿੰਦੇ ਹਨ ਕਿ ਨਵੀਂ ਪੱਛਮੀ ਸੱਭਿਅਤਾ ਵਿੱਚ ਪੈਸੇ ਦੀ ਲੁੱਟ ਖਸੁੱਟ ਪ੍ਰਧਾਨ ਹੈ ਅਤੇ ਇਹ ਲੁੱਟ ਖਸੁੱਟ ਕਰਨ ਵਾਲੇ ਸਰਮਾਏਦਾਰ ਹਨ, ਜਿਹੜੀ ਕਿਰਤੀ ਲੋਕਾਂ ਨੂੰ ਬਹੁਤ ਤੰਗ ਕਰਦੇ ਹਨ। ਇਹ ਸੱਭਿਅਤਾ ਕਵੀ ਅਨੁਸਾਰ ਗਰੀਬ ਕਿਰਤੀਆਂ ਦਾ ਲਹੂ ਪੀ ਕੇ ਸਰਮਾਏਦਾਰਾਂ ਦੀ ਗੋਗੜ ਭਾਵ ਪੇਟ ਨੂੰ ਪਾਲਦੀ ਹੈ। ਬਿਜਲੀ ਦੇ ਲਾਟੂ ਜੋ ਇਸਦੇ ਘਰ ਜਗਦੇ ਹਨ, ਉਹ ਨੈਣ ਗਰੀਬਾਂ ਦੇ ਕੱਢੇ ਹੋਏ ਲੱਗਦੇ ਹਨ। ਕਵੀ ਕਹਿੰਦਾ ਹੈ ਕਿ ਨਵੀਂ ਪੱਛਮੀ ਸੱਭਿਅਤਾ ਦੇ ਪ੍ਰਸਾਰ ਨਾਲ ਸਰਮਾਏਦਾਰਾਂ ਦੇ ਘਰ ਵਿੱਚ ਜੋ ਬਿਜਲੀ ਦੇ ਲਾਟੂ ਭਾਵ ਬੱਲਬ ਜਗਦੇ ਹਨ, ਉਹ ਇਸ ਤਰ੍ਹਾਂ ਜਾਪਦੇ ਹਨ ਜਿਵੇਂ ਇਹ ਗਰੀਬਾਂ ਦੀਆਂ ਅੱਖਾਂ ਕੱਢੀਆਂ ਹੋਈਆਂ ਹੋਣ, ਭਾਵ ਸਰਮਾਏਦਾਰ ਹੱਥੋਂ ਕੀਤਿਆਂ ਦੀ ਲੁੱਟ ਖਸੁੱਟ ਬਹੁਤ ਜ਼ਿਆਦਾ ਪ੍ਰਧਾਨ ਹੈ। ਖਲ ਲਾ ਲੋਕਾਂ ਦੀ ਇਹ ਸੂਟ ਸਵਾਉਂਦੀ ਹੈ, ਪੀ ਮਜ਼ਦੂਰਾਂ ਨੂੰ ਇਹ ਪਾਊਡਰ ਲਗਾਉਂਦੀ ਹੈ। ਕਵੀ ਕਹਿੰਦਾ ਹੈ ਕਿ ਇਸ ਸੱਭਿਅਤਾ ਵਿੱਚ ਸਰਮਾਏਦਾਰ ਕਿਰਤੀ ਲੋਕਾਂ ਦੀ ਖੂਬ ਖੱਲ ਲਾਉਂਦਾ ਹੈ ਅਤੇ ਆਪਣੇ ਲਈ ਵਧੀਆ ਸੂਟ ਸਮਾਉਂਦਾ ਹੈ। ਸਰਮਾਏਦਾਰ ਮਜ਼ਦੂਰਾਂ ਦੀਆਂ ਹੱਡੀਆਂ ਨੂੰ ਪੀਂਦੇ ਹਨ ਅਤੇ ਇਸ ਤੋਂ ਉਹਨਾਂ ਸਰਮਾਏਦਾਰਾਂ ਦੀਆਂ ਔਰਤਾਂ ਦੇ ਤੇ ਲਾਉਣ ਲਈ ਪਾਊਡਰ ਤਿਆਰ ਕੀਤਾ ਜਾਂਦਾ ਹੈ। ਆ ਕੇ ਇਸ ਚੰਦਰੀ ਨੇ ਹੋਣੀ ਵਰਤਾ ਦਿੱਤੀ, ਲਾਲੀ ਸਭ ਭਾਰਤ ਦੀ ਢੰਗ ਨਾਲ ਉਡਾ ਦਿੱਤੀ। ਕਵੀ ਇਹ ਕਹਿੰਦਾ ਹੈ ਕਿ ਪੱਛਮ ਦੀ ਇਸ ਚੰਦਰੀ ਸੱਭਿਅਤਾ ਨੇ ਆ ਕੇ ਅਜਿਹੀ ਹੋਣੀ ਵਰਤਾ ਦਿੱਤੀ ਹੈ ਕਿ ਭਾਰਤ ਦੇ ਚਿਹਰੇ ਉੱਪਰ ਪੁਰਾਣੀ ਸੱਭਿਅਤਾ ਦੀ ਜਿਹੜੀ ਲਾਲੀ ਸੀ ਉਸ ਨੂੰ ਇਸਨੇ ਬੜੇ ਹੀ ਤਰੀਕੇ ਦੇ ਨਾਲ ਉਡਾ ਕੇ ਰੱਖ ਦਿੱਤਾ ਹੈ, ਭਾਵ ਪੁਰਾਣੀ ਸੱਭਿਅਤਾ 'ਤੇ ਪੂਰੀ ਤਰ੍ਹਾਂ ਆਪਣਾ ਰਾਜ ਪਾ ਲਿਆ ਹੈ। ਪਿਛਲੇ ਵਰਿਆਮਾਂ ਦੇ ਹੁਣ ਨਾਵੇਂ ਰਹਿ ਗਏ ਹਨ, ਅੱਜ ਕੱਲ੍ਹ ਦੇ ਗੱਭਰੂ ਤਾਂ ਪਰਛਾਵੇਂ ਰਹਿ ਗਏ ਹਨ। ਇਹਨਾਂ ਸਤਰਾਂ ਵਿੱਚ ਕਵੀ ਨਵੀਂ ਸੱਭਿਅਤਾ ਦੀ ਉਪਜ ਨਵੀਂ ਪੀੜ੍ਹੀ ਦੇ ਜਵਾਨਾਂ ਅਤੇ ਮੁਟਿਆਰਾਂ ਨੂੰ ਆਪਣੇ ਵਿਅੰਗ ਦਾ ਨਿਸ਼ਾਨਾ ਬਣਾਉਂਦਾ ਹੋਇਆ ਲਿਖਦਾ ਹੈ ਕਿ ਵਰਤਮਾਨ ਨਵੀਂ ਸੱਭਿਅਤਾ ਵਿੱਚ ਕੋਈ ਨੌਜਵਾਨ ਪੁਰਾਣੇ ਬਹਾਦਰ ਸੂਰਮਿਆਂ ਵਰਗਾ ਨਹੀਂ ਹੈ। ਪੁਰਾਣੇ ਸੂਰਮਿਆਂ ਦੇ ਕੇਵਲ ਨਾਂ ਹੀ ਰਹਿ ਗਏ ਹਨ, ਅਜੋਕੇ ਗੱਭਰੂ ਤਾਂ ਪਰਛਾਵਿਆਂ ਵਰਗੇ ਹੀ ਹਨ, ਬਿਲਕੁਲ ਬਲਹੀਨ। ਪੈਲੀ ਦੀ ਵਾਟ ਕਰਨ ਤਾਂ ਕੋਠੀ ਹਿਲਦੀ ਹੈ, ਮੂੰਗੀ ਦੀ ਦਾਲ ਪਈ ਨਾ ਢਿੱਡ ਵਿੱਚ ਗਲਦੀ ਹੈ। ਕਵੀ ਅੱਗੇ ਲਿਖਦਾ ਹੈ ਕਿ ਅਜੋਕੇ ਨੌਜਵਾਨਾਂ ਨੂੰ ਜੇਕਰ ਇੱਕ ਖੇਤ ਜਿੰਨਾ ਵੀ ਪੈਦਲ ਤੁਰਨਾ ਪੈ ਜਾਵੇ ਤਾਂ ਇਹਨਾਂ ਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਇਹਨਾਂ ਦੇ ਇੰਨੇ ਜ਼ਿਆਦਾ ਕਮਜ਼ੋਰ ਹਨ ਕਿ ਮੂੰਗੀ ਦੀ ਦਾਲ ਵੀ ਇਹ ਪਚਾ ਨਹੀਂ ਪਾਉਂਦੇ, ਜਦ ਕਿ ਪੁਰਾਣੇ ਗੱਭਰੂ ਇੰਨਾ ਸਾਰਾ ਘਿਓ ਪੀ ਜਾਂਦੇ ਸਨ। ਇਹ ਬਿਜਲੀ ਕੜਕ ਪਈ ਭਾਰਤ ਦੇ ਵੇਸਾਂ 'ਤੇ, ਇਸ ਕੈਂਚੀ ਧਰ ਦਿੱਤੀ ਕੁੜੀਆਂ ਦੀਆਂ ਕੇਸਾਂ 'ਤੇ। ਕਵੀ ਅਜੋਕੀ ਨਵੀਂ ਸੱਭਿਅਤਾ ਵਿੱਚ ਭਾਰਤ ਦੇ ਪੁਰਾਣੇ ਪਹਿਰਾਵੇ 'ਤੇ ਵਿਅੰਗ ਕਰਦਾ ਹੋਇਆ ਕਹਿੰਦਾ ਹੈ ਕਿ ਭਾਰਤ ਦੇ ਪੁਰਾਣੇ ਪਹਿਰਾਵੇ ਇਸ ਤਰੀਕੇ ਨਾਲ ਅਲੋਪ ਹੋ ਗਏ ਹਨ ਜਿਵੇਂ ਉਹਨਾਂ ਉੱਪਰ ਕੋਈ ਬਿਜਲੀ ਟੁੱਟ ਗਈ ਹੋਵੇ ਅਤੇ ਉਹ ਸੜ ਕੇ ਸੁਆਗ ਹੋ ਗਏ ਹੋਣ। ਇਸ ਤੋਂ ਇਲਾਵਾ ਕਵੀ ਇਹ ਵੀ ਕਹਿੰਦਾ ਹੈ ਕਿ ਕੁੜੀਆਂ ਦੇ ਕੇਸਾਂ ਦੀ ਕੀ ਗੱਲ ਕਰੀਏ। ਪਹਿਲਾਂ ਪੁਰਾਣੀ ਸੱਭਿਅਤਾ ਵਿੱਚ ਮੁਟਿਆਰਾਂ ਜਾਂ ਕੁੜੀਆਂ ਦੇ ਲੰਬੇ ਕੇਸ ਪ੍ਰਸ਼ੰਸਾ ਦੀ ਨਜ਼ਰ ਨਾਲ ਵੇਖੇ ਜਾਂਦੇ ਸਨ, ਪਰ ਨਵੀਂ ਸੱਭਿਅਤਾ ਨੇ ਕੁੜੀਆਂ ਦੇ ਕੇਸਾਂ ਉੱਪਰ ਕੈਂਚੀ ਚਲਾ ਕੇ ਉਹਨਾਂ ਨੂੰ ਪੱਛਮੀ ਰੰਗ ਵਿੱਚ ਰੰਗਾ ਦਿੱਤਾ ਹੈ। ਕੀ ਹੈ ਤਹਿਜ਼ੀਬ ਨਵੀਂ, ਟਿੱਕਾ ਬਦਨਾਮੀ ਦਾ ਹਿੰਦ ਦੇ ਗਲ ਲਟਕ ਰਿਹਾ,
ਇੱਕ ਤੌਰ ਗੁਲਾਮੀ ਦਾ। ਇਹਨਾਂ ਸਤਰਾਂ ਦੇ ਵਿੱਚ ਕਵੀ ਇਹ ਕਹਿ ਰਿਹਾ ਹੈ ਕਿ ਇਹ ਨਵੀਂ ਸੱਭਿਅਤਾ ਭਾਰਤ ਦੇ ਮੱਥੇ ਉੱਪਰ ਲੱਗਾ ਹੋਇਆ ਬਦਨਾਮੀ ਦਾ ਟਿੱਕਾ ਹੈ, ਜਾਂ ਇਸ ਨੂੰ ਭਾਰਤ ਦੇ ਗਲ ਵਿੱਚ ਲਮਕਦਾ ਗੁਲਾਮੀ ਦਾ ਪਟਾ ਸਮਝਿਆ ਜਾ ਸਕਦਾ ਹੈ। ਸੋ ਵਿਦਿਆਰਥੀਓ, ਤੁਸੀਂ ਇਸ ਵੀਡੀਓ ਰਾਹੀਂ ਇਸ ਕਵਿਤਾ ਨੂੰ ਸਮਝਣ ਦਾ ਯਤਨ ਕਰੋਗੇ। ਧੰਨਵਾਦ।